ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜੀ ਆਇਆਂ ਜੀ। ਬੈਠਕ ਦੇ ਵਿੱਚ ਆਪਾਂ 6 ਪੌੜੀਆਂ ਵਾਰ ਦੀਆਂ ਕਰ ਹਟੇ। ਅੱਜ ਆਪਾਂ 7ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਸੋ ਸਕਰੀਨ ਤੇ ਸ਼ਬਦ ਸ਼ੇਰ ਹੈ। ਸ਼ਲੋਕ ਮਹੱਲਾ ਪਹਿਲਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇਹ ਜਿਹੜਾ ਗਿਆਨ ਹੈ ਗੂੜ ਹੁੰਦਾ ਜਾਣਾ। ਸੋ ਕਈਆਂ ਨੇ ਕਾਲ ਕੀਤਾ ਵੀ ਪਤਾ ਨਹੀਂ ਲੱਗਦਾ, ਆਹ ਚੀਜ਼ ਪਤਾ ਨਹੀਂ ਲੱਗਦੀ। ਉਹ ਚੀਜ਼ ਅਸੀਂ ਪਹਿਲਾਂ ਕਿਤੇ ਨਾ ਕਿਤੇ ਆਲਰੇਡੀ ਐਕਸਪਲੇਨ ਕਰਕੇ ਆਏ ਹੁੰਦੇ ਹਾਂ। ਸੋ ਜਾਂ ਤਾਂ ਜਿਹੜੀ ਵਾਰ ਹੈ ਇਹ ਸ਼ੁਰੂ ਤੋਂ ਸੁਣੋ ਸਾਰੇ ਜਾਣੇ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ, ਜਾਂ ਫਿਰ ਨਾਲ ਨਾਲ ਜਿੱਥੇ ਆਪਾਂ ਸਮਾਪਤੀ ਕਰਦੇ ਹਾਂ ਉੱਥੇ ਕੁਐਸਚਨ ਆਨਸਰ ਸੈਸ਼ਨ ਵੀ ਹੁੰਦਾ, ਉੱਥੇ ਬੋਲਣ ਦੀ ਕੋਸ਼ਿਸ਼ ਕਰੋ। ਉੱਥੇ ਆਪਾਂ ਕਈ ਵਾਰੀ ਕਹੀਦਾ ਵੀ ਬੋਲੋ ਜੇ ਕੋਈ ਵਿਚਾਰ ਹੈ, ਪਰ ਉੱਥੇ ਵੀ ਕੋਈ ਬੋਲਦਾ ਨਹੀਂ। ਸੋ ਇਸ ਕੰਮ ਵਾਸਤੇ ਬਾਅਦ 'ਚ ਕਾਲ ਕਰਨ ਦਾ ਕੀ ਫਾਇਦਾ। ਸੋ ਪਹਿਲਾਂ ਹੀ ਜਾਂ ਤਾਂ ਇੱਥੇ ਸੈਸ਼ਨ 'ਚ ਹੀ ਬੋਲੋ, ਜਾਂ ਫਿਰ ਸਾਰਾ ਹੌਲੀ ਹੌਲੀ ਇਹਨੂੰ ਸੁਣਦੇ ਆਓ। ਅਸੀਂ ਹਾਰਡ ਵਰਕ ਕਰ ਰਹੇ ਹਾਂ, ਆਪਣੇ ਵਾਸਤੇ ਨਹੀਂ, ਸੰਗਤ ਵਾਸਤੇ ਕਰ ਰਹੇ ਹਾਂ। ਸੋ ਆਓ ਆਪਾਂ ਅੱਜ ਸ਼ਲੋਕ ਮਹੱਲਾ ਪਹਿਲਾ, ਪੌੜੀ 7ਵੀਂ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ। ਜਦੋਂ ਤੱਕ ਬੰਦਾ ਹਉਮੈ ਵਿੱਚ ਹੈ, ਹੁਣ ਜਿੱਥੇ ਇੱਕ ਚੀਜ਼ ਦਾ ਜ਼ਿਕਰ ਆ ਗਿਆ ਉੱਥੇ +4 ਨਾਲ ਐਡ ਕਰ ਲਓ, 5 ਹੀ ਨੇ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਜਦੋਂ ਤੱਕ ਬੰਦਾ ਹਉਮੈ ਵਿੱਚ ਹੈ, ਭਾਵ ਪਰਮਾਤਮਾ ਨੂੰ ਭੁੱਲ ਕੇ ਆਪਣੀ ਹਸਤੀ ਬਣਾਈ ਬੈਠਾ, ਉਦੋਂ ਤੱਕ ਉਹ ਜਗਤ ਵਿੱਚ ਆਉਂਦਾ ਜਾਂਦਾ ਰਹੇਗਾ, ਦੁਨੀਆ 'ਚ ਆਉਂਦਾ ਰਹੇਗਾ, ਜਾਂਦਾ ਰਹੇਗਾ, ਭਾਵ ਜੂਨਾਂ 'ਚ ਰਹੇਗਾ, ਭਾਵ ਉਹਦੀ ਮੁਕਤੀ ਨਹੀਂ ਹੋਏਗੀ। ਜੰਮਣ ਤੋਂ ਲੈ ਕੇ ਮਰਨ ਤੱਕ ਹਉਮੈ ਉਸ ਜੀਵ ਦਾ ਪਿੱਛਾ ਨਹੀਂ ਛੱਡਦੀ। ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਹਉਮੈ ਦੇ ਪ੍ਰਭਾਵ ਹੇਠ ਹੀ ਉਹ ਕਿਸੇ ਲੋੜਵੰਦ ਨੂੰ ਦਿੰਦਾ ਹੈ। ਇਹ ਸਭ ਹਉਮੈ ਹੀ ਹੈ। ਜਿਹੜਾ ਕਹਿ ਦੇਣਾ ਨਾ ਵੀ ਅਸੀਂ ਦੇ ਰਹੇ ਹਾਂ ਜੀ, ਅਸੀਂ ਸੇਵਾ ਕਰ ਰਹੇ ਹਾਂ, ਇਹ ਸਭ ਹਉਮੈ ਦਾ ਪ੍ਰਭਾਵ ਹੀ ਹੈ। ਇਹ ਬੰਦੇ ਨੂੰ ਆਪ ਪਤਾ ਹੁੰਦਾ, ਦੂਜੇ ਨੂੰ ਭਾਵੇਂ ਨਾ ਪਤਾ ਲੱਗੇ, ਲੇਕਿਨ ਇਹ ਬਾਬਾ ਨਾਨਕ ਜੋ ਕਹਿ ਰਿਹਾ ਉਹ ਅਟੱਲ ਹੈ, ਸੱਚਾਈ ਹੈ। ਸੋ ਹਉਮੈ ਦੇ ਪ੍ਰਭਾਵ ਹੇਠ ਹੀ ਉਹ ਕਿਸੇ ਲੋੜਵੰਦ ਨੂੰ ਦਿੰਦਾ ਤੇ ਆਪਣੀ ਲੋੜ ਪੂਰੀ ਕਰਨ ਵਾਸਤੇ ਕਿਸੇ ਤੋਂ ਲੈਂਦਾ ਵੀ ਹੈ। ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਉਹ ਵੀ ਕੋਈ ਗਰਜ਼ ਹੈ ਉਹਦੀ, ਜੇਕਰ ਉਹ ਕਿਸੇ ਤੋਂ ਲੈ ਕੇ ਆਪਣੀ ਲੋੜ ਪੂਰੀ ਕਰ। ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਮੈਂ ਦੇ ਖਿਆਲ ਵਿੱਚ ਹੀ ਕੰਮ ਕਰਦਾ ਹੈ, ਕਦੇ ਖੱਟਦਾ ਹੈ, ਕਦੇ ਗਵਾਉਂਦਾ ਹੈ। ਹੋਂ ਵਿੱਚ ਸਚਿਆਰ ਕੂੜਿਆਰ। ਹੁਣ ਜਿੰਨਾ ਚਿਰ ਜੀਵ ਮੇਰ ਤੇਰ ਵਾਲੀ ਹੱਦਬੰਦੀ 'ਚ ਹੈ, ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਸੱਚਾ, ਕਦੇ ਝੂਠਾ। ਹੋਂ ਵਿੱਚ ਸਚਿਆਰ ਨਹੀਂ ਹੈ, ਇਹਨੂੰ ਬੜਾ ਮੀਨਿੰਗ, ਬੜਾ ਡੀਪ ਜਾ ਕੇ ਸੋਚਣਾ ਕਿ ਸਚਿਆਰ ਵੀ ਹਉਮੈ। ਸਚਿਆਰ ਤੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ, ਉਹ ਤੇ ਗੁਰੂ ਵਾਲੇ ਬਣ ਕੇ ਗੁਰੂ ਦੇ ਕੋਲ ਬੈਠੇ ਨੇ। ਸੋ ਇਸ ਚੀਜ਼ ਨੂੰ ਸਮਝਣ ਦੀ, ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਵੀ ਜਿੰਨਾ ਚਿਰ ਜੀਵ
ਮੇਰ ਤੇਰ ਵਾਲੀ ਬਿਰਤੀ 'ਚ ਹੈ ਜਾਂ ਮੇਰ ਤੇਰ ਵਾਲੀ ਹੱਦਬੰਦੀ 'ਚ ਹੈ, ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਸੱਚਾ ਕਦੇ ਝੂਠਾ। ਹੋਂ ਵਿੱਚ ਪਾਪ ਪੁੰਨ ਵਿਚਾਰ। ਜਿੰਨਾ ਚਿਰ ਬੰਦਾ ਕਾਦਰ ਤੋਂ ਦੂਰ ਭਰਮ ਦੀ ਦੁਨੀਆ ਵਿੱਚ ਹੈ, ਉਹ ਚੰਗਾ ਕੰਮ ਵੀ ਹਉਮੈ ਵਿੱਚ ਤੇ ਮਾੜਾ ਕੰਮ ਵੀ ਹਿਮਾਕਤ ਵਿੱਚ ਹੀ ਕਰੇਗਾ, ਹਉਮੈ 'ਚ ਹੀ ਕਰੇਗਾ। ਫਿਰ ਰਿਪੀਟ ਕਰਦਾ, ਜਿੰਨਾ ਚਿਰ ਬੰਦਾ ਕਾਦਰ ਤੋਂ ਦੂਰ ਭਰਮ ਦੀ ਦੁਨੀਆ ਵਿੱਚ ਹੈ, ਉਹ ਚੰਗਾ ਕੰਮ ਵੀ ਹਉਮੈ ਵਿੱਚ ਤੇ ਮਾੜਾ ਕੰਮ ਵੀ ਹਉਮੈ ਵਿੱਚ ਕਰੇਗਾ। ਹਉ ਵਿੱਚ ਨਰਕ ਸੁਰਗ ਅਵਤਾਰ। ਤੇ ਇਸੇ ਵਖੇਵੇਂ 'ਚ ਰਹਿਣ ਕਰਕੇ ਕਦੇ ਉਹ ਨਰਕ ਵਿੱਚ ਕਦੇ ਸੁਰਗ ਵਿੱਚ, ਭਾਵ ਜੂਨਾਂ ਵਿੱਚ ਹੈ, ਆਉਂਦਾ ਜਾਂਦਾ ਰਹੇਗਾ। ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ। ਸੋ ਜਦੋਂ ਤੱਕ ਪਰਮਾਤਮਾ ਨਾਲੋਂ ਵੱਖਰੀ ਹਸਤੀ ਵਿੱਚ ਬੱਝਾ ਪਿਆ ਹੈ, ਤਦ ਤੱਕ ਉਹ ਕਦੇ ਸੁਖੀ ਹੁੰਦਾ ਕਦੇ ਦੁਖੀ ਹੁੰਦਾ। ਇਹ ਟੈਂਪਰੇਰੀ ਸੁੱਖ ਹੁੰਦਾ ਜਿਹੜਾ ਹੁੰਦਾ, ਪਰਮਾਨੈਂਟ ਨਹੀਂ। ਜਿਹੜਾ ਸੁੱਖ ਅਸੀਂ ਅਕਾਲ ਪੁਰਖ ਦੇ ਮਿਲਾਪ ਦਾ ਕਹਿੰਦੇ ਆ ਰਹੇ ਹਾਂ। ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ। ਹੁਣ ਅਕਾਲ ਪੁਰਖ ਨਾਲੋਂ ਆਪਣੀ ਹੋਂਦ ਹਸਤੀ ਵੱਖਰੀ ਰੱਖਣ ਕਰਕੇ ਬੰਦੇ ਦਾ ਮਨ ਜਿਹੜਾ ਉਹ ਪਾਪ ਦੀ ਮੈਲ ਵਿੱਚ ਲਿਬੜਦਾ ਹੈ। ਫਿਰ ਉਹ ਥੋੜਾ ਥੋੜਾ ਉਦਮ ਵੀ ਕਰਦਾ, ਉਹ ਮੈਲ ਨੂੰ ਧੋਂਦਾ ਹੈ। ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ। ਲੇਕਿਨ ਜਦੋਂ ਉਹ ਮੈਲ ਧੋਣ ਦੀ ਕੋਸ਼ਿਸ਼ ਕਰਦਾ, ਰੱਬ ਵਾਲੇ ਬੰਦੇ ਨੂੰ ਆਉਣ ਦੀ ਕੋਸ਼ਿਸ਼ ਕਰਦਾ, ਰੱਬ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦਾ, ਉਹ ਵੀ ਹਉਮੈ 'ਚ ਹੀ ਆ। ਬਿਲਕੁਲ ਅਸੀਂ ਐਗਜ਼ਾਮਪਲ ਆਪਣੇ ਕੋਲੋਂ ਚੱਕਾਂਗੇ। ਗੁਰਦੁਆਰਿਆਂ 'ਚ ਦੇਖਿਆ, ਆਮ ਬੰਦੇ ਨਵੇਂ ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਆਉਂਦੇ ਆ, ਉਹ ਗ੍ਰੰਥੀ ਨੂੰ ਹੀ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਆ। ਉਹ ਹੰਕਾਰ ਕਰਦੇ ਉਸ ਦਾ ਵੀ ਅਸੀਂ ਗੁਰੂ ਵਾਲੇ ਬਣ ਗਏ ਆ, ਸਾਨੂੰ ਜ਼ਿਆਦਾ ਪਤਾ। ਇਹ ਤਾਂ ਲਿਖਿਆ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ। ਰੱਬ ਨਾਲੋਂ, ਅਕਾਲ ਪੁਰਖ ਨਾਲੋਂ, ਕਰਤੇ ਪੁਰਖ ਨਾਲੋਂ ਆਪਣੀ ਹਸਤੀ ਵੱਖਰੀ ਸਮਝਣ ਕਰਕੇ ਉਹ ਪਾਪ ਬਿਰਤੀ 'ਚ ਲਿਬੜ ਜਾਂਦਾ, ਮੈਲ 'ਚ ਲਿਬੜ ਜਾਂਦਾ, ਤੇ ਕਦੇ ਉਸੇ ਮੈਲ ਨੂੰ ਧੋਣ ਦੀ ਕੋਸ਼ਿਸ਼ ਕਰਦਾ, ਹਉਮੈ ਦੇ ਵਿੱਚ ਹੀ। ਕਰਤੇ ਪੁਰਖ ਤੋਂ ਮੁਨਕਰ ਹੈ, ਸੋ ਉਸ ਦਾ ਮਨ ਪੂਰੀ ਤਰ੍ਹਾਂ ਪਾਪ ਬਿਰਤੀ ਵਾਲਾ ਬਣ ਜਾਂਦਾ, ਤੇ ਫਿਰ ਉਹ ਆਪਣੀ ਚਲਾਕੀ ਸਦਕਾ ਬੁਰਾਈਆਂ ਦੀ ਮੈਲ ਧੋਂਦਾ। ਚਲਾਕੀ ਸਦਕਾ ਇਦਾਂ ਵੀ ਕਹਿ ਸਕਦੇ ਹਾਂ, ਦਿਖਾਵਾ ਕਰਕੇ। ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ। ਮੋਖ ਮੁਕਤ ਕੀ ਸਾਰ ਨਾ ਜਾਣਾ। ਸੋ ਇਹ ਪਿਛਲਾ ਆਪਾਂ, ਹਾਂ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ। ਹੋਂ ਵਿੱਚ ਜਾਤੀ ਜਿਨਸੀ ਖੋਵੈ। ਜਿੰਨਾ ਚਿਰ ਬੰਦਾ ਆਪਣੀਆਂ ਚਤਰਾਈਆਂ ਦੀ
ਚਾਰ ਦੀਵਾਰੀ ਅੰਦਰ ਹੈ, ਉਹ ਲੋਕਾਂ ਦੀ ਨਜ਼ਰ ਵਿੱਚ ਕਦੇ ਮੂਰਖ ਤੇ ਕਦੇ ਸਿਆਣਾ ਗਿਣਿਆ ਜਾਂਦਾ। ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ। ਸੋ ਫਿਰ ਆਪਾਂ ਰਿਪੀਟ ਕਰਦੇ ਹਾਂ ਇਸ ਗੱਲ ਨੂੰ ਕਿ ਅਕਾਲ ਪੁਰਖ ਤੋਂ ਮੁਨਕਰ ਹੋਣ ਕਰਕੇ ਬੰਦੇ ਦਾ ਮਨ ਪੂਰੀ ਤਰ੍ਹਾਂ ਪਾਪ ਬਿਰਤੀ ਵਾਲਾ ਬਣ ਜਾਂਦਾ। ਫਿਰ ਉਹ ਆਪਣੀ ਚਲਾਕੀ ਸਦਕਾ ਬੁਰਾਈਆਂ ਦੀ ਮੈਲ ਧੋਂਦਾ। ਹਉਮੈ ਵਿੱਚ ਗਰਸਿਆ ਬੰਦਾ ਜਾਤ ਪਾਤ ਦੇ ਖਿਆਲਾਂ ਕਰਕੇ ਆਪਣਾ ਸਭ ਕੁਝ ਗਵਾ ਬੈਠਦਾ। ਸੋ ਜਿੰਨਾ ਚਿਰ ਬੰਦਾ ਆਪਣੀਆਂ ਚਤਰਾਈਆਂ ਦੀ ਚਾਰ ਦੀਵਾਰੀ ਦੇ ਅੰਦਰ ਹੈ, ਉਹ ਲੋਕਾਂ ਦੀ ਨਜ਼ਰ ਵਿੱਚ ਕਦੇ ਮੂਰਖ ਕਦੇ ਸਿਆਣਾ। ਮੋਖ ਮੁਕਤ ਕੀ ਸਾਰ ਨਾ ਜਾਣਾ। ਹਉਮੈ ਦੇ ਪ੍ਰਭਾਵ ਹੇਠ ਮੁਕਤ ਪਦਾਰਥ ਦੀ ਅਵਸਥਾ ਨੂੰ ਉਹ ਸਮਝ ਨਹੀਂ ਸਕਦਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ। ਕਰਤੇ ਪੁਰਖ ਨੂੰ ਭੁੱਲ ਕੇ ਜੀਵ ਮਾਇਆ ਮਾਇਆ ਕਰਦਾ ਫਿਰਦਾ। ਫਿਰ ਬੰਦੇ ਤੇ ਮਾਇਆ ਦਾ ਪ੍ਰਭਾਵ ਪੂਰੀ ਤਰ੍ਹਾਂ ਘਰ ਕਰ ਜਾਂਦਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹਉਮੈ ਕਰ ਕਰ ਜਨ ਤੋਂ ਪਾਇਆ। ਸੋ ਮਾਇਆ ਦੇ ਪ੍ਰਭਾਵ ਕਰਕੇ ਅਕਾਲ ਪੁਰਖ ਤੋਂ ਦੂਰ ਹਨ ਅਤੇ ਫਿਰ ਉਹ ਮੁੜ ਮੁੜ ਜਨਮ ਲੈਂਦੇ ਆ। ਹਉਮੈ ਬੁੱਝੈ ਤਾਂ ਦਰ ਸੂਝੈ। ਗਿਆਨ ਵਿਹੂਣਾ ਕਥ ਕਥ ਲੂਝੈ। ਸੋ ਹਉਮੈ ਦੇ ਕਰਕੇ ਬੰਦਾ ਕਰਤੇ ਪੁਰਖ ਤੋਂ ਟੁੱਟ ਜਾਂਦਾ। ਪਰ ਜਦੋਂ ਅਖੀਰ 'ਚ ਸਮਝ ਪੈਂਦੀ ਹੈ ਕਿ ਮਾਇਆ ਹੀ ਜਿਹੜੀ ਹੈ ਇਹ ਪੁਆੜੇ ਦੀ ਜੜ ਹੈ, ਤਾਂ ਉਹ ਬੰਦੇ ਨੂੰ ਗੁਰੂ ਦੀ ਕਿਰਪਾ ਦੁਆਰਾ, ਗੁਰਪ੍ਰਸਾਦ ਦੇ ਜ਼ਰੀਏ ਅਕਾਲ ਪੁਰਖ ਦੇ ਦਰ ਵੱਲ ਜਾਣ ਦੀ ਇੱਛਾ ਜਾਗਦੀ ਹੈ। ਇਹ ਕੁਦਰਤੀ ਵਰਤਾਰਾ, ਕੁਦਰਤੀ ਵੀ ਹੁੰਦਾ ਹੈ ਕਿ ਜਿਉਂ-ਜਿਉਂ ਉਮਰ ਵੱਡੀ ਹੋਈ ਜਾਂਦੀ ਹੈ, ਬੰਦਾ ਸਹਿਜ ਵੱਲ ਨੂੰ ਤੁਰਿਆ ਰਹਿੰਦਾ। ਆਪਣਾ ਜਿਹੜਾ ਜਿੱਦਾਂ ਕਹਿ ਨਹੀਂ ਦਿੰਦੇ ਵੀ ਸਰੈਂਡਰ, ਬਸ ਹੁਣ ਵੀ ਮੇਰੇ ਵੱਸ ਕੁਛ ਨਹੀਂਗਾ, ਉਹ ਫਿਰ ਸਮਝੌਤਾ ਆਪਣੇ ਮਨ ਨਾਲ ਕਰਦਾ। ਉਹ ਫਿਰ ਹੌਲੀ-ਹੌਲੀ ਉਹਦੇ 'ਚ ਸਹਿਜ ਹੋਣਾ ਸ਼ੁਰੂ ਹੋ ਜਾਂਦਾ। ਜਵਾਨੀ ਵੇਲੇ ਬੜਾ ਖੂਨ ਉਹਦਾ ਤੱਤਾ ਉਬਾਲੇ ਮਾਰਦਾ ਹੁੰਦਾ ਮਾਇਆ ਵੱਲ ਨੂੰ, ਲੇਕਿਨ ਜਿਉਂ-ਜਿਉਂ ਉਮਰ ਵੱਧਦੀ ਹੈ ਤਿਉਂ-ਤਿਉਂ ਉਹ ਸਹਿਜ ਵੱਲ ਨੂੰ ਤੁਰਿਆ ਜਾਂਦਾ। ਸੋ ਜਿਉਂ-ਜਿਉਂ ਇਹ ਸਮਝ ਪੈਂਦੀ ਹੈ ਕਿ ਮਾਇਆ ਕਰਕੇ ਹੀ ਅਸੀਂ ਰੱਬ ਨਾਲੋਂ ਟੁੱਟੇ ਹਾਂ, ਫਿਰ ਉਹ ਰੱਬ ਵੱਲ ਜਾਣ ਦੀ ਇੱਛਾ ਜ਼ਾਹਰ ਕਰਦਾ। ਇਹ ਵੀ ਗੁਰਪ੍ਰਸਾਦ ਹੈ। ਗਿਆਨ ਵਿਹੂਣਾ ਕਥ ਕਥ ਲੂਝੈ। ਅਧਿਆਤਮਕ ਗਿਆਨ ਤੋਂ ਸਖਣਾ ਬੰਦਾ ਬਿਨਾਂ ਸੋਝੀ ਲੋਕਾਂ ਦੇ ਨਾਲ ਗਿਆਨ ਛਾਂਟਦਾ ਤੇ ਸਿੰਘ ਫਸਾਈ ਜਾਂਦਾ। ਗਿਆਨ ਹੈ ਹੀ ਨਹੀਂ, ਲੇਕਿਨ ਬਹਿਸ ਇੰਨੀ ਹੈ ਕਿ ਬਹਿਸ ਕਰਦੇ ਕਰਦੇ ਕਈ ਗੁਰਦੁਆਰੇ ਮੈਂ ਆਪ ਦੇਖਿਆ, ਲੰਗਰ 'ਚ ਗੱਲਾਂ ਕਰਦੇ ਕਰਦੇ ਹੀ ਲੜ ਪੈਂਦੇ। ਉਹ ਫੜ ਫੜ ਬਿਠਾਈਦਾ ਉਹਨਾਂ ਨੂੰ ਵੀ ਨਾ ਭਾਈ, ਹੱਥੋਂ ਪਾਈ ਨਹੀਂ। ਉਹ ਸਿਰਫ ਗੱਲਾਂ ਕਰਕੇ। ਇਹ ਕੀ ਹੈ? ਗਿਆਨ ਵਿਹੂਣਾ ਕਥ ਕਥ ਲੂਝੈ। ਗਿਆਨ ਹੈ ਹੀ ਨਹੀਂ, ਬਿਲਕੁਲ ਸਖਣਾ, ਪਰ ਐਵੇਂ ਘੋਟੀ ਜਾਣਾ ਗਿਆਨ, ਬਹਿਸ ਕਰੀ ਜਾਣੀ, ਸਿੰਘ ਫਸਾਈ ਜਾਣੇ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੇ ਤੇਹਾ ਵੇਖ। ਸੋ ਨਾਨਕ ਜੋਤ ਕਹਿੰਦੀ ਹੈ ਕਿ ਕਰਤੇ ਪੁਰਖ ਦੇ ਹੁਕਮ ਵਿੱਚ ਸਾਰੇ ਜੀਵਾਂ ਦੇ ਲੇਖ ਲਿਖੇ ਜਾਂਦੇ ਆ। ਜਿਸ ਨੀਅਤ ਨਾਲ ਅਸੀਂ ਦੂਜਿਆਂ ਨਾਲ ਵਰਤਦੇ ਹਾਂ, ਉਸੇ ਤਰ੍ਹਾਂ ਸਾਡਾ ਸਰੂਪ
ਹਉਮੈ ਦੇ ਪ੍ਰਭਾਵ ਹੇਠ ਬਣਦਾ ਜਾਂਦਾ। ਇਹ ਵੀ ਬੜੀ ਡੂੰਘਾਈ ਦੀ ਗੱਲ ਹੈ। ਨਾਨਕ ਹੁਕਮੀ ਲਿਖਿਆ ਲੇਖ, ਪ੍ਰਭੂ ਦੇ ਹੁਕਮ ਵਿੱਚ ਲੇਖ ਲਿਖੇ ਜਾਂਦੇ ਆ, ਕਿਉਂਕਿ ਲੇਖਾ ਲਿਖੀਏ ਮਨ ਕੇ ਭਾਏ। ਰੱਬ ਨੂੰ ਸਭ ਪਤਾ, ਬਾਹਰੋਂ ਭਾਵੇਂ ਜਿੰਨਾ ਮਰਜੀ ਹੰਸ ਵਾਂਗੂ ਬਣੀ ਜਾ, ਲੇਕਿਨ ਅੰਦਰੋਂ ਜਿਹੜੀ ਕਾਂ ਬਿਰਤੀ ਆ, ਕਰਤੇ ਪੁਰਖ ਨੂੰ ਸਭ ਪਤਾ। ਜਿਸ ਨੀਅਤ ਨਾਲ ਅਸੀਂ ਦੂਜਿਆਂ ਨਾਲ ਵਰਤਾਂਗੇ, ਉਸੇ ਤਰ੍ਹਾਂ ਦਾ ਸਾਡਾ ਸਰੂਪ ਹਉਮੈ ਦੇ ਪ੍ਰਭਾਵ ਹੇਠ ਬਣ ਜਾਣਾ। ਪਰ ਇਹ ਸਭ ਕੁਛ ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੇ ਤਿਹਾ ਵੇਖ। ਪਰ ਇਹ ਸਭ ਕੁਛ ਪੂਰਬਲੇ ਕਰਮ, ਇੱਥੇ ਦੀ ਸੰਗਤ ਸਾਡੇ ਜੀਵਨ ਨੂੰ ਅੱਗੇ ਤੋਰਦੀ ਹੈ। ਬੜੀ ਇੰਪੋਰਟੈਂਟ ਗੱਲ ਹੈ। ਪੂਰਬਲੇ ਕਰਮ, ਇੱਥੇ ਜਿਹੜੀ ਅਸੀਂ ਸੰਗਤ ਕਰਦੇ ਹਾਂ, ਉਹ ਸਾਡੇ ਜੀਵਨ ਨੂੰ ਅੱਗੇ ਤੋਰਦੀ ਹੈ। ਪੋਜ਼ਿਟਿਵਿਟੀ, ਜਿਹੜੀ ਸੰਗਤ ਨਾਮ ਜਪਣ ਵਾਲੀ ਹੋਏਗੀ, ਜਿਹੜੀ ਸੰਗਤ ਅਕਾਲ ਪੁਰਖ ਹਲ ਨੂੰ, ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਪਾਸੇ ਜਾਂ ਗਿਆਨ ਸਮਝਣ ਵਾਲੇ ਪਾਸੇ, ਅਧਿਆਤਮ ਦੇ ਮਾਰਗ ਤੇ ਤੁਰਨ ਵਾਲੀ ਸੰਗਤ, ਉਹ ਸਾਡੇ ਜੀਵਨ ਨੂੰ ਅੱਗੇ ਮਹੱਲਾ ਦੂਜਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਦੇ ਸਿੰਪਟਮਸ ਕੀ ਨੇ? ਉਹ ਇਹ ਨੇ ਕਿ ਬੰਦਾ ਉਹ ਕੰਮ ਕਰਦਾ ਜਿਸ ਕਰਕੇ ਉਹਦੀ ਵੱਖਰੀ ਹੋਂਦ ਬਣੀ ਰਹੇ, ਉਹਦਾ ਨਾਂ ਬਣਿਆ ਰਹੇ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਇਹੀ ਬੰਧਨਾ, ਫਿਰ ਜੋਨੀ ਪਾਏ। ਗੱਲ ਉਹੀ ਹੈ, ਥੋੜੀ ਥੋੜੀ ਪੋਲਿਸ਼ਡ ਹੁੰਦੀ ਜਾ ਰਹੀ ਹੈ, ਔਰ ਬਾਰ-ਬਾਰ ਸਾਨੂੰ ਇੱਕ ਗੱਲ ਕਹਿ ਕੇ ਉਹ ਸਮਝਾ ਰਹੇ ਆ, ਕੱਥ ਰਹੇ ਆ, ਬਾਰ-ਬਾਰ ਸਾਨੂੰ ਪੱਕਾ ਕਰ ਰਹੇ ਆ ਲੈਸਨ। ਸੋ ਵੱਖਰੀ ਹੋਂਦ ਦੇ ਆਸਰੇ ਕੀਤੇ ਹੋਏ ਕਰਮ, ਸੰਸਕਾਰ, ਇਹ ਸਭ ਜਿਹੜੇ ਆ ਜੰਜੀਰ ਬਣ ਜਾਂਦੇ ਆ। ਸੋ ਇਸ ਤਰ੍ਹਾਂ ਬੱਝੇ ਹੋਏ ਜਿਹੜੇ ਜੀਵ ਨੇ, ਉਹ ਮੁੜ ਜੁੜਨਾ ਚਾਹੁੰਦੇ ਆ। ਹਉਮੈ ਇਹੀ ਬੰਧਨ। ਨਾਮ ਨਹੀਂ ਜਪਦੇ, ਨਾਮ ਜਪ ਕੇ ਅਸੀਂ ਸੌਖਾ ਰਾਹ ਲੱਭਦੇ ਹਾਂ ਕਿ ਚਲੋ ਇਹ ਦਾਨ ਦੇ ਦਿਓ ਜੀ, ਇੰਨਾ ਦੇ ਦਿਓ ਜੀ, ਇੰਨਾ ਦੇ ਦਿਓ, ਆਹ ਕੰਮ ਕਰ ਦਿਓ ਜੀ। ਪਰ ਉਹ ਕਰਮ ਹੈ, ਉਹ ਕਰਮ ਦਾ ਫਲ ਲੈਣ ਵਾਸਤੇ ਵੀ ਵਾਪਸ ਆਉਣਾ ਪਊ। ਹੁਣ ਜਦੋਂ ਕਰਮਾਂ ਦੇ ਚੰਗੇ ਸੰਸਕਾਰਾਂ ਦੇ ਜੰਜੀਰ ਦੇ ਵਿੱਚ ਬੰਦਾ ਵੱਜ ਗਿਆ, ਤੇ ਜੀਵ ਨੂੰ ਫਿਰ ਮੁੜ ਆਉਣਾ ਪੈਣਾ, ਕਿਉਂਕਿ ਉਹ ਨਾਮ ਨਹੀਂ ਜਪਦਾ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਸੋ ਇਹ ਬੰਦੇ ਦੇ ਵਿੱਚ ਸੁਤੇ ਸਿੱਧ ਮਨ 'ਚ ਖਿਆਲ ਉੱਠਦਾ ਕਿ ਇਹ ਅਲੱਗ ਹਸਤੀ ਵਾਲਾ ਭਰਮ ਜਿਹੜਾ ਹੈ ਕਿੱਥੋਂ ਪੈਦਾ ਹੋ ਗਿਆ, ਤੇ ਇਹ ਕਿਸ ਤਰੀਕੇ ਨਾਲ ਦੂਰ ਹੋ ਸਕਦਾ। ਇਹ ਨਹੀਂ ਹੈ ਵੀ ਹਉਮੈ ਕਿੱਥੋਂ ਉਪਜਿਆ, ਇਹ ਕਿਉਂਕਿ ਬੜਾ ਰਿਲੇਟਡ ਹੈ ਸਾਰਾ ਸ਼ਲੋਕ ਮਹੱਲਾ ਪਹਿਲਾ ਮਹੱਲਾ ਦੂਜਾ, ਕਿਉਂਕਿ ਇਹ ਸ਼ੁਰੂ ਹੀ ਉੱਥੋਂ ਕੀਤਾ ਕਿ ਅਲੱਗ ਜਿਹੜੀ ਹਸਤੀ ਸਮਝੀ ਬੈਠੇ ਆ ਅਸੀਂ ਸਾਰੀ, ਇਹ ਭਰਮ ਜਿਹੜਾ ਪੈਦਾ ਕਿੱਥੋਂ ਹੋ ਗਿਆ, ਆ ਕਿੱਥੋਂ ਗਿਆ। ਹੁਣ ਜੇ ਆ ਹੀ ਗਿਆ ਤੇ ਕਿਹੜੇ ਤਰੀਕੇ ਦੇ ਨਾਲ ਇਹ ਦੂਰ ਹੋ ਸਕਦਾ। ਜਵਾਬ ਦੇਖੋ, ਹਉਮੈ ਇਹੋ ਹੁਕਮ ਹੈ, ਪਈਆਂ ਕਿਰਤ ਫਰਾਏ। ਹਉਮੈ ਕਰਤੇ ਪੁਰਖ ਦੇ ਹੁਕਮ ਅਨੁਸਾਰ ਹੀ ਬੰਦੇ ਚਾਹੁੰਦੀ ਹੈ
ਜੋ ਪਿਛਲੇ ਕੀਤੇ ਕਰਮਾਂ ਦਾ ਰਿਜ਼ਲਟ ਹੁੰਦਾ, ਸਿੱਟਾ ਹੁੰਦਾ। ਸੋ ਇਸ ਪ੍ਰਭਾਵ ਹੇਠ ਬੰਦਾ ਕੰਮ ਕਰਨਾ ਲੋਚਦਾ। ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਹਉਮੈ ਇਹੋ ਹੁਕਮ ਹੈ ਪਈਆਂ ਕਿਰਤ ਫਿਰਾਏ। ਸੋ ਹਉਮੈ ਕਰਤੇ ਪੁਰਖ ਦੇ ਹੁਕਮ ਅਨੁਸਾਰ ਆਉਂਦੀ ਹੈ। ਇਹ ਪਿਛਲੇ ਕੀਤੇ ਕਰਮਾਂ ਦਾ ਵੀ ਸਿੱਟਾ, ਤੇ ਇਸ ਪ੍ਰਭਾਵ ਹੇਠ ਬੰਦਾ ਉਹੀ ਕੰਮ ਕਰਨਾ ਲੋਚਦਾ। ਜੇ ਸਾਰਾ ਕੁਝ ਹੁਣ ਸਵਾਲ ਕਈ ਵਾਰੀ ਆਉਂਦਾ ਬਈ ਜੇ ਸਾਰਾ ਕੁਝ ਰੱਬ ਨਹੀਂ ਕਰਨਾ, ਵਾਹਿਗੁਰੂ, ਤੇ ਫਿਰ ਬੰਦੇ ਨੇ ਕੀ ਕਰਨਾ? ਹੁਣ ਇੱਕ ਬੇਨਤੀ ਸਮਝਿਓ ਇੱਥੇ ਕਿ ਜੇ ਹਉਮੈ ਕਰਤੇ ਪੁਰਖ ਦੇ ਹੁਕਮ ਕਰਕੇ ਹੀ ਹੈ, ਫਿਰ ਅਸੀਂ ਕੀ ਕਰੀਏ? ਹੁਕਮ ਤੇ ਅਸੀਂ ਚੇਂਜ ਨਹੀਂ ਕਰ ਸਕਦੇ। ਜੇ ਸਾਰਾ ਕੁਝ ਰੱਬ ਨਹੀਂ ਕਰਨਾ, ਰੱਬ ਹੀ ਕਰ ਰਿਹਾ, ਤਾਂ ਫਿਰ ਬੰਦਾ ਕੀ ਕਰ ਸਕਦਾ? ਸਿੱਧੀ ਜੀ ਗੱਲ ਹੈ ਵੀ ਸਾਡੇ ਕੋਲ ਸੋਝੀ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਸਾਡੇ ਕੋਲ ਸੋਝੀ ਹੈ, ਸਾਡੇ ਕੋਲ ਵਡਮੁੱਲਾ ਮਨੁੱਖਾ ਜਨਮ ਹੈ, ਮਨੁੱਖੀ ਜੂਨ ਹੈ। ਨਿਰੀਖਣ ਕਰ ਸਕਦੇ ਹਾਂ ਅਸੀਂ ਹਰ ਚੀਜ਼ ਦਾ, ਚੰਗੇ ਮੰਦੇ ਦਾ, ਚੰਗੇ ਮਾੜੇ ਦਾ। ਕਿਹੜਾ ਕੰਮ ਸਾਡੇ ਲਈ ਚੰਗਾ, ਕਿਹੜਾ ਕੰਮ ਮਾੜਾ ਹੈ। ਜਿਹੜੀ ਸੁਰਤੀ ਦਾ ਗੁਣ ਸਾਡੇ ਚ ਪਾਇਆ ਮਨੁੱਖਾ ਜੂਨ ਦੇ ਵਿੱਚ, ਸੁਰਤੀ ਹੈ ਸਾਡੇ ਕੋਲ। ਇਹ ਜਿਹੜਾ ਗੁਣ ਹੈ, ਇਹਨੂੰ ਵਰਤਣਾ ਸਾਡਾ ਆਪਣਾ ਫਰਜ਼ ਆ। ਇਹ ਨਹੀਂ ਹੈ ਵੀ ਹਾਂਜੀ ਪੜ੍ਹ ਕੇ ਦੱਸ ਦੇਣਗੇ ਵੀ ਹਉਮੈ ਇਹ ਹੁਕਮ ਹੈ, ਵੀ ਰੱਬ ਦੇ ਹੁਕਮ ਚ ਹੀ ਹੈ। ਉਹ ਇੰਨਾ ਦਿਮਾਗ ਸਾਡੇ ਖੋਪੜੇ ਚ ਪਾ ਕੇ ਐਨ ਉਹਨੂੰ ਫਿਕਸ ਕੀਤਾ ਆਲੇ ਦੁਆਲੇ ਵੀ ਕੋਈ ਇਹਦੇ ਸੱਟ ਨਾ ਵੱਜੇ, ਇਹਨੂੰ ਕੋਈ ਨੁਕਸਾਨ ਨਾ ਪੁੱਜੇ, ਬੜੀ ਵਡਮੁੱਲੀ ਚੀਜ਼ ਆ। ਇਹਨੂੰ ਵਰਤਣਾ ਸਿੱਖੀਏ, ਸਮਝਣਾ ਸਿੱਖੀਏ, ਗਿਆਨ ਲੈਣਾ ਸਿੱਖੀਏ, ਘੋਟਣਾ ਨਾ ਸਿੱਖੀਏ। ਗਿਆਨ ਨੂੰ ਗਿਆਨ ਗੁਰੂ ਆਤਮ ਉਪਦੇਸੋ, ਆਪਣੇ ਆਪ ਨੂੰ ਟੀਚ ਕਰਨ ਵਾਸਤੇ ਨਾਮ ਵਿਭੂਤ ਲਗਾਓ। ਇਹ ਵੀ ਕੰਮ ਕਰਨਾ ਪਊਗਾ। ਸੋ ਹਉਮੈ ਇਹੋ ਹੁਕਮ ਹੈ ਪਈਆਂ ਕਿਰਤ ਫਿਰਾਏ। ਹਉਮੈ ਕਰਤੇ ਪੁਰਖ ਦੇ ਹੁਕਮ ਅਨੁਸਾਰ ਹੀ ਬੰਦੇ ਚ ਆਉਂਦੀ ਹੈ, ਜੋ ਪਿਛਲੇ ਕੀਤੇ ਕਰਮਾਂ ਦਾ ਸਿੱਟਾ। ਔਰ ਇਸ ਪ੍ਰਭਾਵ ਹੇਠ ਹੀ ਬੰਦਾ ਉਹੀ ਕੰਮ ਕਰਨਾ ਲੋਚਦਾ ਜਿਹੜਾ ਹਉਮੈ ਵਾਲਾ ਹੋਵੇ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਦੇਖੋ ਦੱਸੀ ਵੀ ਜਾ ਰਹੇ ਹੈ, ਇਹੀ ਹੈ ਗਿਆਨ, ਇਹੀ ਹੈ ਅਧਿਆਤਮ ਦਾ ਮਾਰਗ। ਕਹਿੰਦੇ ਹਉਮੈ ਇੱਕ ਲੰਮਾ ਰੋਗ ਹੈ, ਪਰ ਇਹ ਲਾ ਇਲਾਜ ਨਹੀਂ ਹੈ। ਇਹਦਾ ਟ੍ਰੀਟਮੈਂਟ ਹੈ, ਇਹਦੀ ਦਵਾਈ ਹੈ, ਇਹਦਾ ਦਾਰੂ ਹੈ। ਹਉਮੈ ਦੀਰਘ ਰੋਗ ਹੈ, ਇਹ ਲੰਮਾ ਚੱਲਣ ਵਾਲਾ ਰੋਗ ਹੈ, ਪਰ ਇਹਦਾ ਇਲਾਜ ਹੈ, ਇਹ ਲਾ ਇਲਾਜ ਨਹੀਂ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਜੇ ਕਰਤਾ ਪੁਰਖ ਆਪਣੀ ਕਿਰਪਾ ਕਰੇ, ਹੁਣ ਜੇ ਕਿਰਪਾ ਕਿੱਦਾਂ ਕਰੇ? ਗੁਰੂ ਦੇ ਭਾਣੇ ਚ ਆ ਜਾਓ, ਜੋ ਗਿਆਨ ਦੱਸ ਰਿਹਾ ਉਹਨੂੰ ਇੰਪਲੀਮੈਂਟ ਕਰੋ ਆਪਣੇ ਤੇ, ਨਾਮ ਵਿਭੂਤ ਲਗਾਓ, ਆਤਮ ਉਪਦੇਸੋ, ਆਪਣੇ ਆਪ ਨੂੰ ਸਮਝਾਓ। ਜੇ ਕਰਤਾ ਪੁਰਖ ਆਪਣੀ ਕਿਰਪਾ ਕਰਦੇ ਤਾਂ ਬੰਦਾ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਕਮਾਈ ਵਾਲੇ ਪਾਸੇ ਲੱਗ ਜਾਂਦਾ ਹੈ। ਨਾਨਕ
कहै, दो लावां हाहे ਨੂੰ ਆ ਗਈਆਂ, ਇੱਥੇ ਔਂਕੜ ਨਹੀਂ ਆਇਆ। ਮਹੱਲਾ ਦੂਜਾ ਕਹਿ ਰਿਹਾ ਹੈ, ਉਪਦੇਸ਼ ਕਰ ਰਿਹਾ ਹੈ ਕਿ ਭਗਤ ਜਨੋ, ਨਾਨਕ ਕਹਿ ਸੁਣੋ ਜਨੋ, ਭਗਤ ਜਨੋ ਨਾਮ ਜਪੋ ਤੇ ਸੁਣਨ ਦੀ ਅਵਸਥਾ ਤੱਕ ਪਹੁੰਚੋ। ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਸ਼ਬਦ ਦੀ ਕਮਾਈ ਕਰੋ, ਔਰ ਇੰਨੀ ਕਮਾਈ ਕਰਨੀ ਹੈ ਕਿ ਬ੍ਰਹਮੰਡ ਦੇ ਵਿੱਚ ਵੱਜਦੀ ਧੁਨੀ ਤੁਹਾਡੇ ਕੰਨਾਂ 'ਚ ਪੈਣੀ ਸ਼ੁਰੂ ਹੋ ਜੇ, ਕੰਨਾਂ 'ਚ ਵੱਜਣੀ ਸ਼ੁਰੂ ਹੋ ਜੇ, ਕੰਨਾਂ 'ਚ ਸੁਣਨੀ ਸ਼ੁਰੂ ਹੋ ਜੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਆ ਹੈ ਸੁਣੋ, ਇਹ ਨਹੀਂ ਵੀ ਹੋਕਾ ਦੇ ਕੇ ਕੋਠੇ ਤੇ ਖੜੇ ਆ, ਉਹ ਗੱਲ ਸੁਣੋ। ਹਰ ਚੀਜ਼ ਦੀ ਅਸੀਂ ਐਨ ਡੂੰਘਾਈ ਤੱਕ ਜਾਣਾ। ਨਾਨਕ ਕਹਿ ਸੁਣੋ ਜਨੋ। ਨਾਨਕ ਜੋਤ ਗੁਰੂ ਅੰਗਦ ਸਾਹਿਬ ਮਹੱਲਾ ਦੂਜਾ ਉਪਦੇਸ਼ ਕਰਦੇ ਹੈ ਕਿ ਭਗਤ ਜਨੋ ਸ਼ਬਦ ਦੀ ਕਮਾਈ ਕਰੋ ਔਰ ਸੁਣਨ ਦੀ ਅਵਸਥਾ ਤੱਕ ਪਹੁੰਚੋ। ਨਾਮ ਜਪਣ ਦੀ ਮਰਿਆਦਾ ਜਿਹੜੀ ਹੈ ਇਤ ਸੰਜਮੇ, ਨਾਮ ਜਪਣ ਦਾ ਜਿਹੜਾ ਕੋਡ ਆਫ ਕੰਡਕਟ ਹੈ ਉਹ ਹਉਮੈ ਨਾਲ ਪੈਦਾ ਹੋਏ ਸਾਰੇ ਦੁੱਖ ਦੂਰ ਕਰ ਦਿੰਦਾ। ਇਸ ਕੋਡ ਆਫ ਕੰਡਕਟ ਦੇ ਨਾਲ ਹਉਮੈ ਕਰਕੇ ਸਾਰੇ ਪੈਦਾ ਹੋਏ ਦੁੱਖ ਦੂਰ ਹੋ ਸਕਦੇ ਆ। ਹੋਰ ਆ ਜਾਓ ਅੱਗੇ, ਪੌੜੀ ਪੜ੍ਹਦੇ ਆ। ਪੌੜੀ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਜੋ ਅਭਿਆਸੀ ਨਾਮ ਜਪਣ ਵਾਲੇ ਸਤ ਪ੍ਰਭੂ ਦੀ ਬੰਦਗੀ ਕਰਕੇ ਧਿਆਨ ਦੀ ਅਵਸਥਾ 'ਚ ਪਹੁੰਚਦੇ ਹੈ, ਉਹਨਾਂ ਨੂੰ ਹੀ ਸੰਤੋਖ ਆਏਗਾ। ਭਾਵ ਉਹ ਭਾਣੇ 'ਚ ਰਹਿਣਾ ਸਿੱਖ ਜਾਂਦੇ ਆ। ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹ ਫਿਰ ਐਸੇ ਨਾਮ ਜਪਣ ਵਾਲੇ ਅਭਿਆਸੀ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ। ਕੇਵਲ ਤੇ ਕੇਵਲ ਨਾਮ ਦੀ ਹੀ ਕਮਾਈ, ਸੁਕ੍ਰਿਤ, ਸਭ ਤੋਂ ਉੱਚੀ ਤੇ ਸੁੱਚੀ ਕਿਰਤ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਹ ਜਿਹੜਾ ਕੰਮ ਹੈ, ਇਹ ਜਿਹੜੀ ਸੇਵਾ ਸਭ ਤੋਂ ਉੱਚੀ ਕੇਵਲ ਤੇ ਕੇਵਲ ਨਾਮ ਜਪਣ ਦੀ ਹੀ ਉਹ ਕਰਦੇ ਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਉਹ ਮਾਇਆ ਰੂਪੀ ਜੰਜੀਰਾਂ ਨੂੰ ਤੋੜ ਸੁੱਟਦੇ ਆ ਤੇ ਸਰੀਰਕ ਲੋੜ ਮੁਤਾਬਕ ਥੋੜਾ ਖਾਂਦੇ ਪੀਂਦੇ ਆ। ਅੰਨ ਪਾਣੀ ਥੋੜਾ ਖਾਇਆ, ਇਹ ਨਹੀਂ ਇੱਥੇ ਉਹ ਸੋ ਕਾਲਡ ਵਿਵੇਕ ਰੱਖੇ ਵਾਲੇ ਬੰਦੇ ਮੈਨੂੰ ਮਿਲਦੇ ਆ, ਕਹਿੰਦੇ ਆ ਜੀ ਖਾਣਾ ਅਸੀਂ ਆਪ ਬਣਾ ਕੇ ਖਾਵਾਂਗੇ, ਕਿਸੇ ਦੇ ਹੱਥ ਦਾ ਨਹੀਂ ਛਕਣਾ, ਜਾਂ ਉਹਦੇ ਹੱਥ ਦਾ ਛਕਣਾ ਜਿਹੜਾ ਸਾਡੇ ਵਰਗੀ ਰਹਿਤ ਬਹਿਤ ਰੱਖਦਾ ਹੋਵੇ। ਉਹ 4-4 ਬੱਟੇ ਦਾਲ ਦੇ ਖਾਈ ਜਾਣੇ, 8-8 ਰੋਟੀਆਂ। ਉਹ ਨਹੀਂ ਭਾਈ, ਏਦਾਂ ਨਹੀਂ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਆਹ ਹੈ ਕੋਡ ਆਫ ਕੰਡਕਟ, ਆਹ ਹੈ ਮਰਿਆਦਾ ਜਿਹਨੂੰ ਅਸੀਂ ਆਪਣੇ ਸਰੀਰ ਤੇ ਹੰਡਾਉਣਾ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਉਹ ਨਾਮ ਵਾਲੀ ਬਿਰਤੀ ਸੁਰਤੀ ਕਿੱਥੋਂ ਰੋਟੀਆਂ ਖਾਣ ਵਾਲੇ ਜਾਂ ਸੋ ਕਾਲਡ 36 ਪਦਾਰਥ ਛਕਣ ਵਾਲੇ ਪਾਸੇ ਜਾਊਗੀ। ਉਹ ਮਾਇਆ ਰੂਪੀ ਸੰਗਲਾਂ ਤੋਂ ਤੋੜ ਸੁੱਟਦੇ ਆਪਣੇ ਆਪ ਨੂੰ ਤੇ ਸਰੀਰਕ ਲੋੜ ਮੁਤਾਬਕ ਥੋੜਾ ਖਾਂਦੇ ਪੀਂਦੇ ਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਐਸੇ ਅਭਿਆਸੀਆਂ ਤੇ, ਐਸੇ ਨਾਮ ਜਪਣ ਵਾਲਿਆਂ ਤੇ ਅਕਾਲ ਪੁਰਖ ਬਹੁਤ ਰਹਿਮਤ ਕਰਦਾ ਹੈ, ਔਰ ਉਹਨਾਂ ਦੀ ਸੁਰਤ ਦੀ ਚੜ੍ਹਾਈ ਰੋਜ਼ ਵੱਧਦੀ ਰਹਿੰਦੀ ਹੈ। ਨਿਤ ਦੇਵੇ ਚੜੇ ਸਵਾਇਆ, ਸੁਰਤੀ ਉਹਨਾਂ ਦੀ ਨਿਤ ਚੜ੍ਹਦੀ ਹੈ। ਲੱਖ ਲੱਖ ਕੀੜਾ ਆਖੀ ਹੈ, ਏਕ ਨਾਮ ਜਗਦੀਸ਼,
ਇਹ ਤਰਾਹੇ ਪੱਤ ਪਵੜੀਆਂ ਚੜੀਐ, ਪਵੜੀਆਂ ਚੜੀਐ, ਪੌੜੀਆਂ ਚੜ੍ਹਦੇ ਜਾਂਦੇ ਆ ਉਹਨਾਂ ਦੀ ਸੁਰਤੀ ਉੱਚੀ ਹੋਈ ਜਾਂਦੀ ਹੈ ਰੱਬ ਵਾਲੇ ਪਾਸੇ ਨੂੰ। ਕਿੱਥੋਂ ਤੱਕ ਪਹੁੰਚਦੀ ਹੈ? ਹੋਏ ਕੀਸ। ਇਹ ਸਾਰੀ ਵਿਸਰਾਮ ਦੀ ਜਿਹੜੀ ਹੈ ਇਹ ਵੀ ਸੋਝੀ ਕਰਤਾ ਪੁਰਖ ਆਪ ਬਖਸ਼ਦਾ। ਅਸੀਂ ਪੜ੍ਹਦੇ ਨੇ ਜੀ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆ ਚੜਿਆ ਹੋਏ ਕੀਸ। ਉਹ ਨਹੀਂ ਭਾਈ, ਇਹ ਤਰ੍ਹਾਂ ਇਹ ਪੱਤ ਇਸ ਰਸਤੇ ਤੇ ਤੁਰਿਆ ਇੱਜ਼ਤ ਹੈ। ਪਵੜੀਆਂ ਚੜੀ ਹੈ, ਰੋਜ਼ ਹੀ ਸਾਡੀ ਜਿਹੜੀ ਸੁਰਤੀ ਹੈ ਉਹ ਚੜ੍ਹਾਈ ਵੱਲ ਨੂੰ ਜਾਏਗੀ। ਹੋਏ 21 ਇੱਕ ਮਿਕ ਹੋ ਜਾਏਗੀ ਅਕਾਲ ਪੁਰਖ ਦੇ ਨਾਲ। ਇਹਨੂੰ ਕਹਿੰਦੇ ਆ ਚੜ੍ਹਦੀ ਕਲਾ। ਇੱਥੇ ਮੜ ਜਾ ਫੋਨ ਕਰੋ ਕਿਸੇ ਨੂੰ ਵੀ ਉਹ ਕੀ ਹਾਲ ਪਈ, ਉਹ ਕੁਝ ਚੜ੍ਹਦੀ ਕਲਾ। ਇਹ ਐਵੇਂ ਨਹੀਂ ਵਰਤਣੇ ਚਾਹੀਦੀ ਲਫ਼ਜ਼ ਵੀ ਚੜ੍ਹਦੀ ਕਲਾ। ਨਿਤ ਦੇਵੇ ਚੜ੍ਹੇ ਸਵਾਇਆ। ਚੜ੍ਹਦੀ ਕਲਾ ਦੀ ਸੁਰਤੀ ਉਹ ਹੈ ਜੋ ਅਕਾਲ ਪੁਰਖ ਨਾਲ ਇੱਕ ਮਿਕ ਹੋਈ ਪਈ ਹੈ, ਜਿਨ੍ਹਾਂ ਨੇ ਮਾਇਆ ਤੋਂ ਤੋੜ ਲਿਆ ਆਪਣੇ ਆਪ ਨੂੰ, ਬੰਧਨਾਂ ਤੋਂ ਮੁਕਤ ਹੋ ਗਏ ਨੇ, ਲੋੜ ਮੁਤਾਬਕ ਥੋੜਾ ਬਹੁਤ ਖਾਂਦੇ ਹੈ। ਏਦਾਂ ਦੇ ਫਿਰ ਨਾਮ ਜਪਣ ਵਾਲਿਆਂ ਤੇ ਅਕਾਲ ਪੁਰਖ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਤੇ ਉਹਨਾਂ ਦੀ ਸੁਰਤੀ ਦੀ ਚੜ੍ਹਾਈ ਰੋਜ਼ ਹੀ ਵੱਧਦੀ। ਵਡਿਆਈ ਵੱਡਾ ਪਾਇਆ, ਵਡਿਆਈ। ਈੜੀ ਨੂੰ ਬਿਹਾਰੀ ਤੇ ਬਿੰਦੀ ਬੁਲਾਉਣੀ ਪਏਗੀ, ਵਡਿਆਈ। ਇਸ ਤਰ੍ਹਾਂ ਪ੍ਰਭੂ ਦੀ ਬੰਦਗੀ ਕਰਕੇ ਸੰਤੋਖੀ ਮਨੁੱਖ ਕਰਤੇ ਪੁਰਖ ਦੀ ਨੇੜਤਾ ਹਾਸਲ ਕਰਦਾ ਹੈ। ਹੋਏ 21 ਜੋ ਅਭਿਆਸੀ ਨਾਮ ਜਪਣ ਵਾਲੇ ਸਤ ਪ੍ਰਭੂ ਦੀ ਬੰਦਗੀ ਕਰਕੇ ਧਿਆਨ ਦੀ ਅਵਸਥਾ 'ਚ ਪਹੁੰਚਦੇ ਆ, ਉਹਨਾਂ ਨੂੰ ਸੰਤੋਖ ਆਏਗਾ, ਉਹ ਭਾਣੇ ਦੇ ਵਿੱਚ ਰਹਿਣਾ ਸਿੱਖ ਜਾਣਗੇ। ਔਰ ਐਸੇ ਨਾਮ ਅਭਿਆਸੀ ਨਾਮ ਜਪਣ ਵਾਲੇ ਮੰਦੇ ਕੰਮਾਂ ਦੇ ਨੇੜੇ ਨਹੀਂ ਜਾਣਗੇ, ਕੇਵਲ ਸ਼ਬਦ ਦੀ ਕਮਾਈ, ਕੇਵਲ ਨਾਮ ਦੀ ਕਮਾਈ ਕਰਨਗੇ। ਮਾਇਆ ਰੂਪੀ ਬੰਧਨਾਂ ਤੋਂ ਆਪਣੇ ਆਪ ਨੂੰ ਤੋੜਨਗੇ, ਸਰੀਰਕ ਲੋੜ ਮੁਤਾਬਕ ਥੋੜਾ ਖਾ ਲੈਣਗੇ। ਐਸੇ ਅਭਿਆਸੀਆਂ ਤੇ, ਐਸੇ ਨਾਮ ਜਪਣ ਵਾਲਿਆਂ ਤੇ ਕਰਤਾ ਪੁਰਖ ਬਖਸ਼ਿਸ਼ ਕਰਦਾ ਹੈ। ਉਹਨਾਂ ਦੀ ਸੁਰਤੀ ਰੋਜ਼ ਅਕਾਲ ਪੁਰਖ ਵਾਲੇ ਪਾਸੇ ਵੱਧਦੀ ਹੈ, ਚੜ੍ਹਾਈ ਹੁੰਦੀ ਹੈ ਉਹਨਾਂ ਦੀ ਅੰਦਰੂਨੀ ਅਧਿਆਤਮਕ। ਇਸ ਤਰ੍ਹਾਂ ਵਡਿਆਈ, ਇਸ ਤਰ੍ਹਾਂ ਕਰਤੇ ਪੁਰਖ ਦੀ ਬੰਦਗੀ ਕਰਦੇ ਕਰਦੇ ਸੰਤੋਖੀ ਮਨੁੱਖ ਰੱਬ ਦੀ ਨੇੜਤਾ ਹਾਸਲ ਕਰ ਲੈਂਦੇ ਨੇ। ਇੱਥੇ 7ਵੀਂ ਪੌੜੀ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो मैं बेनती करूंगा कि जेड़े भी सज्जणा ने कोई विचार अपने देने हैं वो जरूर देन, चुप ना रहो। अज दी विचार दे उत्ते कोई भी क्वेश्चन या कोई विचार है वो जरूर साझा करें प्लीज। अपने आप को अनम्यूट करो ते बोलने की कोशिश करो। थैंक यू। कोई एक जना ये दस दियो भी अनम्यूट करके बोल सक रहे है कि नहीं। चैट नो, ओके। हाँ जी हुण हो रहा वीर जी। ओके जी, ओके ठीक है। सो कोई भी सवाल किसी का भी है वो प्लीज बोलो जरूर। अपना विचार दो। मैं असी अपनी कोशिश की है कि
ਗੱਲ ਨੂੰ ਬਹੁਤ ਸਾਦੇ ਤਰੀਕੇ ਦੇ ਨਾਲ, ਬਿਨਾਂ ਜਿਹੜੇ ਲੱਛੇਦਾਰ ਲਫ਼ਜ਼ ਯੂਜ਼ ਕੀਤਿਆਂ ਆਪਾਂ ਉਹ ਗੱਲ ਰੱਖੀਏ ਸੰਗਤ ਦੇ ਅੱਗੇ। ਇਹ ਜਿਹੜੀ ਸਮਝ ਹੈ ਇਹ ਸਾਡੇ ਮਨਾਂ ਦੇ ਅੰਦਰ ਘਰ ਕਰ ਜਾਏ। ਸੋ ਪਲੀਜ਼ ਜੇ ਕੋਈ ਵਿਚਾਰ ਆਉਂਦਾ ਤੇ ਉਹਨੂੰ ਜ਼ਰੂਰ ਸਾਂਝਾ ਕਰੋ।